6.1 एक्सरसाइज शुरू करांगे। अपना 6th चैप्टर शुरू हो गया। अपने चैप्टर का नाम है वर्ग ते वर्गमूल स्केयर ते स्केयर रूट्स। 6.1 एक्सरसाइज देखो राजे की है हेठ लिखिया संख्यावां दे वर्गां दी इकाई दे अंक की होणगे है ना। अपनी 6th 7th ਦੇ ਵਿੱਚ ਤੁਸੀਂ ਇਕਾਈ ਦਿਹਾਈ ਸੈਂਕੜੇ ਵਾਲੀਆਂ ਟਰਮਸ ਹੈ ਨਾ ਕੀਤੀਆਂ ਸੀਗੀਆਂ। ਤਾਂ ਦੇਖੋ ਰਾਜੇ ਇਹ ਵਾਲਾ ਹੁੰਦਾ ਇਕਾਈ, ਇਹ ਹੁੰਦਾ ਦਿਹਾਈ ਹੈ ਨਾ। ਇਕਾਈ ਦਿਹਾਈ ਸੈਂਕੜਾ ਹੈ ਨਾ ਹਜ਼ਾਰ ਇੱਦਾਂ ਹੁੰਦੀਆਂ। ਤਾਂ ਆਪਾਂ ਨੇ ਇਕਾਈ ਦਾ ਅੰਕ ਦੇਖਣਾ ਸਭ ਤੋਂ ਪਹਿਲਾਂ। ਇਹ ਵਾਲਾ ਇਹ ਆਪਣੇ ਕੋਲ ਸੰਖਿਆ ਦਿੱਤੀ ਹੋਈ ਆਪਾਂ ਨੇ ਇਹਦਾ ਸਕੇਅਰ ਕਰਨਾ, ਵਰਗ ਕਰਨਾ ਅਤੇ ਉਹਦਾ ਆਪਾਂ ਨੇ ਦੱਸਣਾ ਵੀ ਇਕਾਈ ਵਾਲਾ ਅੰਕ ਹੈ ਜਿਹੜਾ ਉਹ ਕੀ ਆਊਗਾ। ਪਹਿਲੇ ਪਿਛਲੇ ਇੱਧਰਲੀ ਸਾਈਡ ਤੋਂ ਪਹਿਲਾ ਅੰਕ ਹੈ ਜਿਹੜਾ ਉਹ ਕੀ ਹੋਊਗਾ ਹੈ ਨਾ। ਤਾਂ ਆਪਾਂ ਰਾਜੇ ਇਸੇ ਦੀ ਇੱਕ ਅੱਖਰ ਦੀ ਸਕੇਅਰ ਕਰ ਦਾਂਗੇ। ਵਰਗ ਦਾ ਮਤਲਬ ਹੁੰਦਾ ਸਕੇਅਰ ਕਰਨਾ ਹੈ ਨਾ। ਜਿਵੇਂ ਆਪਣੇ ਕੋਲ ਫਸਟ ਹੈ 81 ਦਿੱਤਾ ਹੋਇਆ, ਆਪਾਂ ਇਕਾਈ ਅੰਕ ਦੇਖਣਾ ਨਾ ਤਾਂ ਇੱਕ ਦਾ ਆਪਾਂ ਸਕੇਅਰ ਕਰਾਂਗੇ। ਜਦੋਂ ਆਪਾਂ ਸਕੇਅਰ ਕਰਦੇ ਹੁੰਦੇ ਹਾਂ ਵਰਗ ਹੁੰਦਾ ਸਕੇਅਰ, ਤਾਂ ਆਪਾਂ ਐਵੇਂ ਰਕਮ ਲਿਖਦੇ ਹੁੰਦੇ ਹਾਂ। ਜਿਹਦਾ ਸਕੇਅਰ ਕਰਨਾ ਉਹਦੀ ਪਾਵਰ ਹੈ ਜਿਹੜੀ ਆਪਾਂ 2 ਲਾ ਦਿੰਦੇ ਹੁੰਦੇ ਹਾਂ, ਠੀਕ ਹੈ। ਅਤੇ ਹੁਣ ਦੇਖੋ ਰਾਜੇ ਇਸ ਤੋਂ ਬਾਅਦ ਕੀ ਕਰਨਾ ਹੈ, ਇੱਕ ਨੂੰ ਆਪਾਂ 2 ਵਾਰ ਲਿਖਣਾ ਹੋਊਗਾ। ਜਿਹੜੀ ਇਹ ਬ੍ਰੈਕਟ 'ਚ ਸੰਖਿਆ ਹੁੰਦੀ ਹੈ ਇਹਨੂੰ ਲਿਖਣਾ ਹੁੰਦਾ, ਪਾਵਰ ਹੈ ਜਿਹੜੀ 19 ਵਾਰ ਲਿਖਣਾ ਹੁੰਦਾ। ਹੁਣ ਇੱਕ ਨੂੰ ਆਪਾਂ ਕਿੰਨੀ ਵਾਰ ਲਿਖਾਂਗੇ, 2 ਵਾਰ, ਮਲਟੀਪਲਾਈ ਦਾ ਸਾਈਨ ਪਾ ਕੇ, ਠੀਕ ਹੈ। ਕਈ ਬੱਚੇ ਕੀ ਕਰਦੇ ਆ, 2 ਇੱਕ ਲਿਖ ਦਿੰਦੇ ਆ, 1 2 ਲਿਖ ਦਿੰਦੇ ਆ। ਕਈ ਵਾਰ 2 ਹੈ ਜਿਹੜਾ ਉਹਨੂੰ ਲਿਖ ਦਿੰਦੇ ਨੇ ਇੱਕ ਵਾਰ ਹੈ ਨਾ। ਇਹ ਤੁਸੀਂ ਐਵੇਂ ਨਹੀਂ ਕਰਨਾ ਹੁੰਦਾ, ਬ੍ਰੈਕਟ ਵਾਲੀ ਸੰਖਿਆ ਲਿਖਣੀ ਹੁੰਦੀ ਹੈ। ਜਿੰਨੀ ਪਾਵਰ ਹੈਗੀ 19 ਵਾਰ ਲਿਖਣਾ ਹੁੰਦਾ ਗੁਣਾ ਦਾ ਸਾਈਨ ਪਾ ਕੇ। ਤਾਂ 1 ਨੂੰ 1 ਨਾਲ ਕੀਤਾ, 1 ਏਕਮ 1, ਤਾਂ ਇਕਾਈ ਵਾਲਾ ਕੀ ਹੈ 1 ਇਕਾਈ ਆ ਜਾਊਗਾ। ਤਾਂ ਇਕਾਈ ਵਾਲੇ ਸਥਾਨ 'ਤੇ ਕਿੰਨਾ ਆ ਜਾਊਗਾ 1। ਇਸੇ ਤਰ੍ਹਾਂ ਜਦੋਂ ਤੁਸੀਂ ਇਹਦਾ ਸਕੇਅਰ ਕਰੋਗੇ, 2 ਦਾ ਸਕੇਅਰ ਕਰੋਗੇ ਤਾਂ 2 ਦੂਣੀ 4 ਹੋਊਗਾ, 9 9 81 81 ਦਾ 1 ਆ ਜਾਊਗਾ ਹੈ ਨਾ। ਇਸੇ ਤਰ੍ਹਾਂ ਇਹ ਸਾਰੇ ਸਾਹਮਣੇ ਤੁਸੀਂ ਆਪਣੇ ਆਪ ਕਰੋਗੇ। ਸੈਕਿੰਡ ਦੇਖੋ, ਹੇਠ ਲਿਖੀਆਂ ਸੰਖਿਆਵਾਂ ਸਪਸ਼ਟ ਰੂਪ ਵਿੱਚ ਪੂਰਨ ਵਰਗ ਸੰਖਿਆਵਾਂ ਨਹੀਂ ਹਨ, ਇਸ ਦਾ ਕਾਰਨ ਦਿਓ। ਕਹਿੰਦੇ ਜਿਹੜੀਆਂ ਸੰਖਿਆਵਾਂ ਨੇ ਪੂਰਨ ਵਰਗ ਸੰਖਿਆਵਾਂ ਨਹੀਂ ਹੈਗੀਆਂ, ਤਾਂ ਆਪਾਂ ਨੇ ਇਹਦਾ ਕਾਰਨ ਦੇਣਾ ਵੀ ਕਿਉਂ ਨਹੀਂ ਹੈਗੀਆਂ। ਤਾਂ ਰਾਜੇ ਇਹ ਦੇਖੋ ਆਪਣੇ ਕੋਲ ਦਿੱਤਾ ਹੋਇਆ ਇੱਥੇ, ਕਹਿੰਦੇ ਜਿਹੜੀਆਂ 0 ਦੇਖੋ ਕਿ ਕਹਿੰਦੇ ਅਸੀਂ ਕਹਿ ਸਕਦੇ ਹਾਂ ਵੀ ਜੇ ਕੋਈ ਸੰਖਿਆ 0 1 4 5 6 ਜਾਂ 9 'ਤੇ ਸਮਾਪਤ ਹੁੰਦੀ ਹੈ ਤਾਂ ਉਹ ਪੂਰਨ ਵਰਗ ਸੰਖਿਆ ਹੋਵੇਗੀ, ਠੀਕ ਹੈ। ਹੁਣ ਦੇਖੋ ਇਹ 'ਤੇ ਖਤਮ ਹੁੰਦੀ ਆ ਹੈ ਨਾ। ਹੁਣ ਇਹਦੇ ਵਿੱਚ ਦੇਖੋ ਜਿਵੇਂ 7 ਹੈ ਤਾਂ ਇਹਦੇ ਵਿੱਚੋਂ 7 ਆ ਰਿਹਾ, ਨਹੀਂ ਆ ਰਿਹਾ ਨਾ, ਤਾਂ ਕੀ ਇਹ ਪੂਰਨ ਵਰਗ ਨਹੀਂ ਹੈਗੀ। ਤਾਂ ਆਪਾਂ ਨੇ ਕਾਰਨ ਦੇਣਾ, ਕਿਉਂ ਦੇਵਾਂਗੇ, ਕਿਉਂਕਿ ਅਸੀਂ ਵੀ ਕਹਿ ਸਕਦੇ ਹਾਂ ਵੀ ਜੇਕਰ ਕੋਈ ਸੰਖਿਆ 0 1 4 5 6 ਜਾਂ 9 'ਤੇ ਸਮਾਪਤ ਹੁੰਦੀ ਹੈ ਤਾਂ ਉਹ ਪੂਰਨ ਵਰਗ ਹੁੰਦੀ ਹੈ ਨਾ। ਜੇ ਇਹ ਨਹੀਂ ਸਮਾਪਤ ਹੋਣਗੀਆਂ ਜਿਹੜੀਆਂ ਤਾਂ ਉਹ ਕਿਨੇ ਪੂਰਨ ਵਰਗ ਨਹੀਂ ਹੋਣਗੀਆਂ। ਥਰਡ ਦੇਖੋ, ਹੇਠ ਲਿਖੀਆਂ ਸੰਖਿਆਵਾਂ ਵਿੱਚ ਕਿਸ ਸੰਖਿਆ ਦਾ ਵਰਗ ਟਾਂਕ ਸੰਖਿਆ ਹੋਊਗਾ। ਜਿਵੇਂ ਆਪਣੇ ਕੋਲ ਇਹ ਵਾਲੀ ਸੰਖਿਆ ਹੈ ਨਾ, ਟਾਂਕ ਸੰਖਿਆ ਜਿਹੜਾ ਵਰਗ ਇਹਦਾ ਸਕੇਅਰ ਕਰਾਂਗੇ ਤਾਂ ਟਾਂਕ ਕਿਹੜੀ ਸੰਖਿਆ ਹੋਊ, ਕਿਹੜੀ ਸੰਖਿਆ ਦਾ ਵਰਗ ਹੈ ਜਿਹੜਾ ਸਕੇਅਰ ਕਰਨ 'ਤੇ ਟਾਂਕ ਹੀ ਪ੍ਰਾਪਤ ਹੋਊਗਾ। ਟਾਂਕ ਸੰਖਿਆਵਾਂ 1 3 5 7 ਇਹ ਵਾਲੀਆਂ ਹੁੰਦੀਆਂ ਨੇ ਨਾ। ਜਿਸਤ ਸੰਖਿਆਵਾਂ 2 4 6 ਹੈ ਨਾ ਇਹ ਵਾਲੀਆਂ ਹੁੰਦੀਆਂ ਨੇ। ਤਾਂ ਰਾਜੇ ਦੇਖੋ ਆਪਣੇ ਕੋਲ ਜਿਹੜੀ ਸੰਖਿਆ ਟਾਂਕ ਹੁੰਦੀ ਹੈ, ਜਿਸ ਦਾ ਇਕਾਈ ਦਾ ਅੰਕ ਟਾਂਕ ਹੁੰਦਾ ਤਾਂ ਉਸ ਦਾ ਸਕੇਅਰ ਵੀ ਟਾਂਕ ਹੀ ਹੁੰਦਾ। ਇਹ ਰੂਲ ਹੈਗਾ, ਜੇ ਟਾਂਕ ਸੰਖਿਆ ਹੈ ਇਕਾਈ ਦਾ ਸਥਾਨ 'ਤੇ ਤਾਂ ਉਹਦਾ ਸਕੇਅਰ ਵੀ ਟਾਂਕ ਹੀ ਹੋਊਗਾ। ਜਿਵੇਂ 1 ਹੈ, ਹੁਣ 1 ਦਾ ਹੀ ਲੈ ਕੇ ਦੇਖ ਲਓ, ਜਦੋਂ 1 ਦਾ ਸਕੇਅਰ ਕਰੋਗੇ ਤਾਂ ਆਪਣੇ ਕੋਲ 1 ਹੀ ਟਾਂਕ ਸੰਖਿਆ ਆ ਰਹੀ ਹੈ ਨਾ। ਅਤੇ ਇਹ 9 ਹੈਗਾ, 9 9 81 81 ਦਾ ਵੀ ਲਾਸਟ ਅੱਖਰ 1 ਹੋਊਗਾ ਤਾਂ ਉਹ ਵੀ ਟਾਂਕ ਸੰਖਿਆ ਹੋਊਗੀ ਹੈ ਨਾ। ਤਾਂ ਜਿਵੇਂ 6 ਹੈ 4 ਹੈ ਇਹਨਾਂ ਦਾ ਕੀ ਹੋਊਗਾ, ਜਿਸਤ ਹੋਊਗਾ। ਅੱਗੇ ਦੇਖੋ ਫੋਰਥ, ਹੇਠ ਦਿੱਤੇ ਪੈਟਰਨ ਦਾ ਨਿਰੀਖਣ ਕਰੋ ਅਤੇ ਖਾਲੀ ਥਾਵਾਂ ਭਰੋ। ਆਪਾਂ ਨੇ ਪੈਟਰਨ ਪੂਰਾ ਕਰਨਾ ਹੈ। 11 ਦਾ ਸਕੇਅਰ ਕਿੰਨੇ ਦੇ ਬਰਾਬਰ ਹੈ 121 ਦੇ। 11 ਨੂੰ 11 ਨਾਲ ਗੁਣਾ ਕੀਤੀ ਹੋਈ ਹੈ, ਇੰਨੇ ਵਾਰ ਲਿਖਣਾ ਹੁੰਦਾ, ਇਹ ਵਾਲੀ ਸੰਖਿਆ ਨੂੰ ਲਿਖਣਾ ਹੁੰਦਾ ਹੈ ਨਾ। ਤਾਂ 11 ਨੂੰ 11 ਨਾਲ ਗੁਣਾ ਕਰਾਂਗੇ ਤਾਂ 121 ਆ ਜਾਊ। ਜਦੋਂ 101 ਨੂੰ 101 ਨਾਲ ਗੁਣਾ ਕਰਾਂਗੇ ਤਾਂ ਆਪਣੇ ਕੋਲ ਇੰਨਾ ਆ ਰਿਹਾ ਹੈ ਨਾ। ਇਸੇ ਤਰ੍ਹਾਂ ਇਹ ਪੈਟਰਨ ਹੈ, ਆਪਾਂ ਨੇ ਆਹ ਲਾਸਟ 2 ਫਿਲ ਕਰਨੀਆਂ ਨੇ। ਇਸੇ ਸੰਖਿਆ ਨੂੰ ਜਦੋਂ ਇਸੇ ਨਾਲ ਗੁਣਾ ਕਰਾਂਗੇ ਤਾਂ ਆਪਣੇ ਕੋਲ ਜਿੰਨਾ ਵੀ ਆਊਗਾ ਉਹ ਆਨਸਰ ਆ ਜਾਊਗਾ। ਇਸੇ ਤਰ੍ਹਾਂ ਇਹਨੂੰ ਜਦੋਂ ਇਸੇ ਸੰਖਿਆ ਨੂੰ ਇਸੇ ਨਾਲ ਹੀ ਦੁਬਾਰਾ ਗੁਣਾ ਕਰਾਂਗੇ ਹੈ ਨਾ, ਸਕੇਅਰ ਹੈ 2 ਵਾਰ ਲਿਖ ਕੇ ਗੁਣਾ ਕਰਾਂਗੇ ਤਾਂ ਜਿਹੜਾ ਆਊਗਾ ਉਹ ਆਪਣਾ ਆਨਸਰ ਆ ਜਾਊਗਾ। ਹੁਣ ਰਾਜੇ ਦੇਖੋ 5th, ਹੇਠ ਦਿੱਤੇ ਪੈਟਰਨ ਦਾ ਨਿਰੀਖਣ ਕਰੋ ਅਤੇ ਖਾਲੀ ਥਾਵਾਂ ਭਰੋ। ਇਹ ਵੀ ਰਾਜੇ ਇਸੇ ਦੀ ਤਰ੍ਹਾਂ ਹੈ ਨਾ, ਇਹ ਵੀ ਸਕੇਅਰ ਕੀਤਾ ਹੋਇਆ, ਇਸੇ ਤਰ੍ਹਾਂ ਤੁਸੀਂ ਇਹਨਾਂ ਦਾ ਸਕੇਅਰ ਕਰ ਦੋਗੇ। 6th ਦੇਖੋ, ਦਿੱਤੇ ਹੋਏ ਪੈਟਰਨ ਦੀ ਵਰਤੋਂ ਕਰਦੇ ਹੋਏ ਖਾਲੀ ਸੰਖਿਆਵਾਂ ਲੱਭੋ। ਆਪਣੇ ਕੋਲ ਜਿਵੇਂ ਇਹ ਦਿੱਤਾ ਹੋਇਆ ਹੈ ਨਾ, ਅਤੇ ਇਹਦੇ ਵਿੱਚ ਆਪਣੇ ਕੋਲ ਇਹ ਨਹੀਂ ਦਿੱਤਾ ਹੋਇਆ, ਇਹ ਅਤੇ ਇਹ ਫਿਲ ਕਰਨਾ। ਹੁਣ ਆਪਣੇ ਕੋਲ ਇੱਥੇ ਦੇਖੋ ਕੀ ਦਿੱਤਾ ਹੋਇਆ, ਕਹਿੰਦੇ ਤੀਸਰੀ ਸੰਖਿਆ ਪਹਿਲੀ ਅਤੇ ਦੂਸਰੀ ਸੰਖਿਆ ਨਾਲ ਸੰਬੰਧਿਤ ਹੈ। ਜਿਹੜੀ ਤੀਸਰੀ ਸੰਖਿਆ ਇਹ ਵਾਲੀ ਇਹ ਪਹਿਲੀ 2 ਨਾਲ ਸੰਬੰਧਿਤ ਹੈ। ਚੌਥੀ ਸੰਖਿਆ ਤੀਸਰੀ ਸੰਖਿਆ ਨਾਲ ਸੰਬੰਧਿਤ ਹੈ, ਜਿਹੜੀ ਚੌਥੀ ਹੈ ਇਹ ਤੀਜੀ ਨਾਲ ਸੰਬੰਧਿਤ ਹੈ। ਹੁਣ ਦੇਖੋ ਆਪਣੇ ਕੋਲ ਪਹਿਲੀਆਂ 2 ਦਿੱਤੀਆਂ ਹੋਈਆਂ ਨੇ, ਆਪਾਂ ਨੇ ਕੁਛ ਕੁ 'ਚ ਤੀਸਰੀ ਸੰਖਿਆ ਫਿਲ ਕਰਨੀ ਹੈ, ਕੁਛ ਕੁ 'ਚ ਚੌਥੀ ਹੈ ਨਾ। ਹੁਣ ਜਿਹੜੀ ਤੀਜੀ ਹੈ ਉਹ ਇਹਨਾਂ 2 ਨਾਲ ਸੰਬੰਧਿਤ ਹੈ ਨਾ, ਅਤੇ ਜਿਹੜੀ ਚੌਥੀ ਹੈ ਉਹ ਤੀਜੀ ਨਾਲ ਸੰਬੰਧਿਤ ਹੈ। ਹੁਣ ਦੇਖੋ ਇਹਦੇ ਵਿੱਚ ਆਪਣੇ ਕੋਲ ਕੀ ਕੀਤਾ ਹੋਇਆ, 2 ਨੂੰ 1 ਨਾਲ ਗੁਣਾ ਕੀਤੀ, 2 ਏਕਮ 2 ਹੋ ਗਿਆ ਹੈ ਨਾ, ਤਾਂ ਹੀ 2 ਲਿਖਿਆ ਹੋਇਆ। ਅਤੇ ਇਹਨਾਂ 2 ਨਾਲ ਸੰਬੰਧਿਤ ਹੈ ਤੀਜੀ। ਤਾਂ ਇਸੇ ਤਰ੍ਹਾਂ 3 ਦੂਣੀ 6 ਹੋ ਗਿਆ, 4 ਤੀਏ 12, 5 ਚੌਕਾ 20,
6 5 30, 7 ਛਿਕਾ 42 ਹੈ ਨਾ। ਇਸੇ ਤਰ੍ਹਾਂ ਇਹ ਇਹਨਾਂ ਦੀ ਆਪਸ 'ਚ ਗੁਣਾ ਕਰਕੇ ਆ ਜਿਹੜੀ ਉਹ ਤੀਜੀ ਸੰਖਿਆ ਬਣੀ ਹੋਈ ਆ। ਜਿਹੜੀ ਚੌਥੀ ਉਹ ਤੀਜੀ ਨਾਲ ਸੰਬੰਧਿਤ ਆ, ਤਾਂ ਦੇਖੋ ਇੱਥੇ 2 ਹੈ, ਇੱਥੇ 3 ਹੋ ਗਿਆ, 1 ਵੱਧ ਗਿਆ, ਇੱਥੇ 6 ਹੈ ਤਾਂ 7 ਕਰਤਾ, 12 ਤਾਂ 13 ਹੋ ਗਿਆ ਹੈ ਨਾ। 20 ਸੀ 21, 30 ਤਾਂ 31, ਜੇ ਉਰੇ 42 ਸੀ ਤਾਂ 1 ਵਧਾ ਦਾਂਗੇ ਤਾਂ ਕਿੰਨਾ ਆ ਜੂਗਾ 43।